ਤੁਸੀਂ देख रहे हो पंजाबी वाइट बोर्ड चैनल। पेश है गुरु नानक देव जी ਦੀਆਂ 3 ਕਵਿਤਾਵਾਂ। ਤੂੰ ਦਰਿਆਓ ਦਾ ਨਾ ਬੀਨਾ, ਨਦੀਆਂ ਹੋਵੇ ਤੇਨਵਾ, ਤੇ ਕਹਿਆ ਕੰਚਨ ਟੁੱਟੇ ਸਾਰ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਦੀਆਂ 3 ਕਵਿਤਾਵਾਂ। ਤੂੰ ਦਰਿਆਓ ਦਾਨਾ ਬੀਨਾ, ਨਦੀਆਂ ਹੋਵੇ ਧੇਨਵਾ, ਕਹਿਆ ਕੰਚਨ ਟੁੱਟੇ ਸਾਰ। ਇਹਨਾਂ ਕਵਿਤਾ ਦਾ ਪਾਠ, ਵਿਆਖਿਆ ਤੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ। ਸਭ ਤੋਂ ਪਹਿਲਾਂ ਪਾਠ ਇੱਕ ਸਰਲੇਖ ਹੇਠ ਦਰਜ ਕਵਿਤਾ ਤੂੰ ਦਰਿਆਓ ਦਾਨਾ ਬੀਨਾ। ਇਸ ਕਵਿਤਾ ਦੇ ਵਿੱਚ ਆਏ ਸ਼ਬਦ ਅਤੇ ਉਹਨਾਂ ਦੇ ਅਰਥ ਇਸ ਪ੍ਰਕਾਰ ਹਨ। तू दरियाओ दाना बीना, मैं मछली कैसे अंत लहा, जह जह देखा तह तह तू है, तुझसे निकसी फूट मरा, न जाना म्यो न जाना जाली, जा दुख लागे ता तुझे संभाली रहाओ। दाना इस दा अर्थ हुंदा है जानन वाला। बीना शब्द बिनाई तो बनया है। नज़र भाव देखण वाला वो परमात्मा ਜਿਹੜਾ ਸਭ ਕੁਝ ਦੇਖ ਰਿਹਾ ਹੈ। ਕੈਸੇ ਅੰਤ ਲਹਾਂ ਇਸ ਦਾ ਅਰਥ ਹੁੰਦਾ ਹੈ ਕਿਵੇਂ ਲੱਭਾਂ। ਜਹ ਜਹ ਭਾਵ ਜਿੱਧਰ ਜਿੱਧਰ, ਤੇ ਤਹਿ ਤਹਿ ਭਾਵ ਉੱਧਰ ਉੱਧਰ। ਨਿਕਸੀ ਇਹਦਾ ਅਰਥ ਹੁੰਦਾ ਹੈ ਜੀ ਨਿਕਲੀ। ਮਿਓ ਮਾਛੀ, ਮੱਛੀਆਂ ਫੜਨ ਵਾਲਾ ਮਲਾਹ। ਤੇ ਸੰਭਾਲੀ ਸੰਭਾਲਦੀ ਹਾਂ, ਯਾਦ ਕਰਦੀ ਹਾਂ। ਰਹਾਓ ਦਾ ਅਰਥ ਹੁੰਦਾ ਹੈ ਠਹਿਰਾਓ। ਦੂਸਰਾ ਇਸ ਕਵਿਤਾ ਦਾ ਦੂਸਰਾ ਕਾਵਿ-ਬੰਧ ਹੈ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਤੂੰ ਦੇਖੈ ਹੋ ਮੁੱਕਰ ਪਾਓ, ਤੇਰੇ ਕੰਮ ਨ ਤੇਰੇ ਨਾਏ। ਜੇਤਾ ਦੇ ਤੇਤਾ ਹੋ ਖਾਓ, ਬਿਆਦਰ ਨਾਹੀ ਕਹਿ ਦਰ ਜਾਓ। ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਤਾਂ ਇਸ ਦੇ ਵਿੱਚ ਭਰਪੂਰ ਇਸ ਦਾ ਅਰਥ ਹੈ ਹਰ ਥਾਂ ਮੌਜੂਦ, ਕਰੀ ਕਰਦਾ ਹਾਂ ਜਾਂ ਕਰਦੀ ਹਾਂ। ਤੇਰੇ ਹਦੂਰ ਤੇਰੀ ਹਾਜ਼ਰੀ ਵਿੱਚ। ਮੁੱਕਰ ਪਾਓ ਮੁੱਕਰ ਜਾਣਾ। ਤੇਰੇ ਨਾਏ ਤੇਰੇ ਨਾਮ ਵਿੱਚ। ਹਉ ਇਸ ਦਾ ਅਰਥ ਹੁੰਦਾ ਹੈ ਮੈਂ। ਵਿਆਹ ਇਹਦਾ ਅਰਥ ਹੁੰਦਾ ਜੀ ਦੂਜਾ। ਪਿੰਡ ਸਰੀਰ। ਤੀਸਰਾ ਕਾਵਿ-ਬੰਧ ਹੈ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। आपे वेखै सुने आपे ही, कुदरत करे जहानो। जो तिस भावै नानका, हुक्म सोई परवानो। ਤਾਂ ਇਹਦੇ ਵਿੱਚ ਮੰਝ ਦਾ ਅਰਥ ਹੈ ਵਿੱਚ। ਮਿਆਨੋ ਦਾ ਅਰਥ ਹੁੰਦਾ ਹੈ ਵਿਚਕਾਰਲਾ। ਜਹਾਨੋ ਭਾਵ ਸੰਸਾਰ ਦੁਨੀਆ। ਪਰਵਾਨੋ ਕਬੂਲ ਮਨਜ਼ੂਰ ਹੋਣਾ। ਅਸਲ ਦੇ ਵਿੱਚ ਇਹ ਸ਼ਬਦ ਹਨ ਮਿਆਨ, ਜਹਾਨ ਤੇ ਪਰਵਾਨ। ਛੰਦ ਦੀ ਚਾਲ ਨੂੰ ਪੂਰਾ ਕਰਨ ਲਈ ਇਹਨਾਂ ਦੇ ਉੱਪਰ ਇੱਕ ਮਾਤਰਾ ਜਿਹੜੀ ਉਹ ਵਧਾਈ ਗਈ ਹੈ। ਸੋ ਇਹਨਾਂ ਨੂੰ ਮਿਆਨੋ, ਜਹਾਨੋ ਤੇ ਪਰਵਾਨੋ ਪੜ੍ਹਿਆ ਜਾਵੇਗਾ। ਤੂੰ ਦਰਿਆਓ ਦਾਨਾ ਬੀਨਾ, ਇਸ ਸ਼ਬਦ ਦੀ ਵਿਆਖਿਆ ਦੇਖਦੇ ਹਾਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਜੀਵ ਆਤਮਾ ਕਹਿ ਰਹੀ ਹੈ ਕਿ ਹੇ ਪ੍ਰਭੂ, ਤੂੰ ਇੱਕ ਅਥਾਹ ਦਰਿਆ ਦੇ ਸਮਾਨ ਹੈ ਤੇ ਮੈਂ ਉਸ ਵਿੱਚ ਵਿਚਰ ਰਹੀ ਇੱਕ ਨਿੱਕੀ ਜਿਹੀ ਮੱਛੀ ਦੇ ਸਮਾਨ ਹਾਂ। ਮੈਂ ਤੇਰਾ ਅੰਤ ਨਹੀਂ ਪਾ ਸਕਦੀ। ਤੂੰ ਸਭ ਕੁਝ ਦੇਖ ਰਿਹਾ ਹੈ, ਤੂੰ ਸਮਝਦਾਰ ਹੈ ਤੇ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਜਹ ਜਹ ਦੇਖਾ ਤਹ ਤਹ ਤੂੰ ਹੈ, ਤੁਝ ਸੇ ਨਿਕਸੀ ਫੂਟ ਮਰਾਂ। ਮੇਰੀ ਹਾਲਤ ਤੂੰ ਜਾਣਦਾ ਹੈ, ਤੂੰ ਦੇਖਦਾ ਹੈ। ਮੈਂ ਮੱਛੀ ਦਰਿਆ ਵਿੱਚ ਜਿੱਧਰ ਵੀ ਦੇਖਦੀ ਹਾਂ, ਉੱਧਰ ਦਰਿਆ ਰੂਪ ਤੂੰ ਹੀ ਤੂੰ ਹੈ। ਜੇ ਮੈਂ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ ਤਾਂ ਉਸੇ ਵੇਲੇ ਤੜਪ ਕੇ ਮਰਦੀ ਹਾਂ। ਇਸ ਤਰ੍ਹਾਂ ਮੇਰਾ ਜੀਵਨ ਤੇਰੇ ਹੀ ਆਸਰੇ ਹੈ। न जाना म्यो न जाना जाली। हे दरिया रूपी प्रभु,
ਮੈਨੂੰ ਨਾ ਤਾਂ ਤੈਥੋਂ ਵਿਛੋੜਨ ਵਾਲੇ ਮਾਛੀ ਦੀ ਸਮਝ ਹੈ ਤੇ ਨਾ ਹੀ ਉਸ ਦੇ ਜਾਲ ਵਿੱਚੋਂ ਬਚਣਾ ਮੇਰੇ ਵੱਸ ਦੀ ਗੱਲ ਹੈ। ਜਾ ਦੁੱਖ ਲਾਗੇ ਤਾਂ ਤੁਝੇ ਸੰਭਾਲੀ। ਜਦੋਂ ਵੀ ਮੈਨੂੰ ਕੋਈ ਦੁੱਖ ਹੁੰਦਾ ਹੈ ਤਾਂ ਉਸ ਵੇਲੇ ਮੈਂ ਤੈਨੂੰ ਯਾਦ ਕਰਦੀ ਹਾਂ। ਸੋ ਇਸ ਦੇ ਵਿੱਚ ਦੱਸਿਆ ਗੁਰੂ ਜੀ ਨੇ ਕਿ ਉਸ ਪਰਮਾਤਮਾ ਜਿਹੜਾ ਵਿਸ਼ਾਲ ਦਰਿਆ ਦਾ ਰੂਪ ਉਸ ਨੂੰ ਮੰਨ ਲਈਏ ਤਾਂ ਜਿਹੜਾ ਜੀਵ ਹੈ ਉਹ ਇੱਕ ਨਿੱਕੀ ਜੀ ਮੱਛੀ ਦੇ ਸਮਾਨ ਹੈ, ਭਾਵ ਉਸ ਦੀ ਕੋਈ ਔਕਾਤ ਨਹੀਂ ਹੈ। ਸੋ ਜੀਵ ਨੂੰ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ। ਦੁੱਖ ਹੋਵੇ ਜਾਂ ਸੁੱਖ, ਉਸ ਨੂੰ ਭੁੱਲਣਾ ਨਹੀਂ ਚਾਹੀਦਾ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਜੀਵ ਆਤਮਾ ਕਹਿੰਦੀ ਹੈ ਕਿ ਹੇ ਪ੍ਰਭੂ, ਤੂੰ ਇਸ ਜਗਤ ਵਿੱਚ, ਦੁਨੀਆ ਵਿੱਚ ਹਰ ਥਾਂ ਮੌਜੂਦ ਹੈ। ਮੈਂ ਤੈਨੂੰ ਕਿਤੇ ਦੂਰ ਵਸਦਾ ਹੋਇਆ ਸਮਝਿਆ ਹੋਇਆ ਹੈ। ਜੋ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੀ ਕਰਦੀ ਹਾਂ, ਪਰ ਇਹ ਗੱਲ ਮੈਂ ਭੁੱਲ ਜਾਂਦੀ ਹਾਂ। ਤੂੰ ਦੇਖੈ ਹੋ ਮੁੱਕਰ ਪਾਓ, ਤੇਰੇ ਕੰਮ ਨਾ ਤੇਰੇ ਨਾਏ। ਤੂੰ ਸਭ ਕੁਝ ਦੇਖਦਾ ਹੈ, ਫਿਰ ਵੀ ਮੈਂ ਆਪਣੇ ਕੀਤੇ ਹੋਏ ਕੰਮਾਂ ਤੋਂ ਮੁੱਕਰ ਜਾਂਦੀ ਹਾਂ। ਮੈਂ ਨਾ ਉਸ ਕੰਮ ਵਿੱਚ ਲੱਗਦੀ ਹਾਂ ਜੋ ਤੈਨੂੰ ਪ੍ਰਵਾਨ ਹੋਵੇ ਤੇ ਨਾ ਹੀ ਤੇਰੇ ਨਾਮ ਦੇ ਨਾਲ ਜੁੜਦੀ ਹਾਂ। ਜੇਤਾ ਦੇ ਤੇਤਾ ਹੋ ਖਾਓ, ਵਿਆਦਰ ਨਾਹੀਂ ਕਹਿ ਦਰ ਜਾਓ। ਜੋ ਕੁਝ ਤੂੰ ਮੈਨੂੰ ਦਿੰਦਾ ਹੈ ਉਹੀ ਮੈਂ ਖਾਂਦੀ ਹਾਂ। ਕੋਈ ਹੋਰ ਅਜਿਹਾ ਦਰ ਨਹੀਂ ਜਿੱਥੇ ਮੈਂ ਜਾਵਾਂ ਤੇ ਸਵਾਲੀ ਬਣਾ। ਨਾਨਕ ਏਕ ਕਹੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ ਕਿ ਹੇ ਪ੍ਰਭੂ, ਇਹ ਜਿੰਦ ਤੇਰੀ ਦਿੱਤੀ ਹੋਈ ਹੈ, ਇਹ ਸਰੀਰ ਤੇਰਾ ਬਖਸ਼ਿਆ ਹੋਇਆ ਹੈ, ਇਹ ਸਭ ਕੁਛ ਤੇਰੇ ਆਸਰੇ ਹੀ ਰਹਿ ਸਕਦਾ ਹੈ। ਸੋ ਇਸ ਦੇ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਕਣ ਕਣ ਦੇ ਵਿੱਚ ਮੌਜੂਦ ਹੈ, ਉਹ ਅੰਦਰ ਵਸਦਾ ਹੈ, ਉਹ ਸਭ ਕੁਝ ਦੇਖ ਰਿਹਾ ਹੈ, ਪਰ ਜੀਵ ਹੈ ਜਿਹੜਾ ਉਹ ਭੁੱਲ ਜਾਂਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਗੁਨਾਹ ਕਰਦਾ ਰਹਿੰਦਾ ਹੈ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ ਤੇ ਆਪ ਹੀ ਦੂਰ ਹੈ। ਇਹ ਜਿਹੜਾ ਦੂਰ ਤੇ ਨੇੜੇ ਦੇ ਵਿਚਕਾਰ ਫਾਸਲਾ ਹੈ, ਉਸ ਦੇ ਵਿੱਚ ਵੀ ਉਹ ਪਰਮਾਤਮਾ ਵਸਦਾ ਹੈ। ਸੋ ਕਹਿਣ ਤੋਂ ਭਾਵ ਕਿ ਉਹ ਪਰਮਾਤਮਾ ਜਗਤ ਦੇ, ਦੁਨੀਆ ਦੇ ਕਣ ਕਣ ਦੇ ਵਿੱਚ ਵਸਦਾ ਹੈ। ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਹੈ। ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ। ਹੇ ਪ੍ਰਭੂ, ਤੂੰ ਸਭ ਕੁਝ ਦੇਖ ਰਿਹਾ ਹੈ, ਸਾਰੇ ਜੀਵਾਂ ਦੀ ਅਰਜ਼ੋਈ ਸੁਣਦਾ ਹੈ ਤੇ ਇਹ ਕੁਦਰਤ, ਇਹ ਸ੍ਰਿਸ਼ਟੀ ਸਾਰੀ ਤੇਰੀ ਸਾਜੀ ਹੋਈ ਹੈ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਹੁਕਮ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ। ਉਸ ਪਰਮਾਤਮਾ ਤੋਂ ਬਾਹਰ, ਉਸ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਅਗਰ ਇਸ ਕਾਵਿ-ਵੰਡ ਦਾ ਅਸੀਂ ਪ੍ਰਸੰਗ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਹੋ ਸਕਦਾ ਹੈ। ਇਹ ਕਾਵਿ ਟੋਟਾ ਕਾਵਿ ਕਮਾਈ ਕਾਵਿ ਸੰਗ੍ਰਹਿ ਵਿੱਚ ਪਾਠ 1 ਉਪ ਸਰਲੇਖ ਹੇਠ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੂੰ ਦਰਿਆਓ ਦਾਨਾ ਬੀਨਾ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦਰਿਆ ਰੂਪ ਅਥਾਹ ਪ੍ਰਭੂ ਦੀ ਰਜ਼ਾ ਵਿੱਚ ਵਿਚਰ ਰਹੇ ਮੱਛੀ ਰੂਪ ਜੀਵ ਦੀ ਤੁੱਛਤਾ, ਸਰਬ ਵਿਆਪਕ ਪ੍ਰਭੂ ਦੀ ਕਿਰਪਾ ਅਤੇ ਭਾਣੇ ਉੱਪਰ ਉਸ ਦੀ ਨਿਰਭਰਤਾ ਨੂੰ ਬਿਆਨ ਕੀਤਾ ਹੈ। ਕਵਿਤਾ ਦਾ ਕਾਵਿ ਸੁਹਜ। ਸੁਹਜ ਸ਼ਾਸਤਰ ਸਾਹਿਤ ਕੀਰਤਨਾਂ ਨੂੰ ਸਮਝਣ ਦਾ ਇੱਕ ਵਿਗਿਆਨ ਹੈ। ਸੁਹਜ ਦਾ ਮੁੱਖ ਕਰਤੱਵ ਜੋ ਕਵਿਤਾ ਦਾ ਪ੍ਰਭਾਵ ਸਾਡੇ 'ਤੇ ਪੈਂਦਾ ਹੈ, ਉਸ ਪ੍ਰਭਾਵ ਦਾ ਵਰਣਨ ਅਤੇ ਵਿਸ਼ਲੇਸ਼ਣ ਕਰਕੇ ਇਸ ਦੀ ਸੀਮਾ ਨੂੰ ਨਿਰਧਾਰਤ ਕਰਨਾ ਹੈ। ਸੋ ਇਸ ਕਵਿਤਾ ਦਾ ਕਾਵਿ ਸੁਹਜ ਤੂੰ ਦਰਿਆਓ ਦਾਨਾ ਬੀਨਾ ਸ਼ਬਦ
ਦੋ ਪੱਧਰਾਂ 'ਤੇ ਵਿਚਰਦਾ ਹੈ। ਪਹਿਲੀ ਦਾ ਸੰਬੰਧ ਦ੍ਰਿਸ਼ਟ ਨਾਲ ਹੈ ਤੇ ਦੂਜੀ ਦਾ ਅਦ੍ਰਿਸ਼ਟ ਨਾਲ। ਦ੍ਰਿਸ਼ਟ ਤੋਂ ਅਦ੍ਰਿਸ਼ਟ ਤੇ ਅਦ੍ਰਿਸ਼ਟ ਤੋਂ ਦ੍ਰਿਸ਼ਟ ਦੀ ਯਾਤਰਾ ਅਤੀ ਸੁੰਦਰ ਤੇ ਦਾਰਸ਼ਨਿਕ ਹੈ। ਦਰਿਆ ਤੇ ਮਛਲੀ ਦੇ ਸਮਵੇਤ ਪਰਮਾਤਮਾ ਅਤੇ ਜੀਵਾਤਮਾ ਦਾ ਜੁੱਟ ਪੇਸ਼ ਕੀਤਾ ਗਿਆ ਹੈ। ਦਰਿਆ ਦਾ ਪਾਰ ਮਛਲੀ ਨਹੀਂ ਪਾ ਸਕਦੀ, ਇਸੇ ਤਰ੍ਹਾਂ ਜੀਵ ਆਤਮਾ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੀ। ਸਾਰੇ ਸ਼ਬਦ ਦੇ ਵਾਤਾਵਰਣ ਵਿੱਚ ਇੱਕ ਪਾਸੇ ਭਰਪੂਰ ਦਰਿਆ ਹੈ ਤੇ ਦੂਜੇ ਪਾਸੇ ਸਰਵ ਵਿਆਪਕ ਪਰਮਾਤਮਾ। ਅਭੇਦ ਮੂਲਕਤਾ ਇਸ ਸ਼ਬਦ ਦੇ ਸੁੰਦਰ ਪੱਖ ਨੂੰ ਹੋਰ ਨਿਖਾਰਦੀ ਹੈ। ਦਰਿਆ ਦੀ ਵਰਤੋਂ ਪ੍ਰਤੀਕ ਦੇ ਵਾਂਗ ਇਸ ਸ਼ਬਦ ਦੇ ਵਿੱਚ ਹੋਈ ਹੈ। ਗੁਰੂ ਨਾਨਕ ਦੇਵ ਜੀ ਦਾ ਦੂਸਰਾ ਸ਼ਬਦ ਹੈ ਨਦੀਆਂ ਹੋਵੈ ਧੇਨਵਾ। ਇਸ ਸ਼ਬਦ ਦੇ ਔਖੇ ਸ਼ਬਦਾਂ ਦੇ ਅਰਥ ਤੇ ਵਿਆਖਿਆ ਇਸ ਪ੍ਰਕਾਰ ਹੈ। ਨਦੀਆਂ ਹੋਵੈ ਧੇਨਵਾ, ਸੁਮ ਹੋਵੈ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਲਾਹਣਾ, ਆਖਣ ਲਹੇ ਨਾ ਚਾਓ। ਧੇਨਵਾ ਭਾਵ ਗਊਆਂ, ਸੁਮ ਸਰੋਤ ਸੋਮਾ, ਸਗਲੀ ਸਾਰੀ, ਸ਼ੱਕਰ ਭਾਵ ਸ਼ੱਕਰ ਮਿੱਠਾ ਪਦਾਰਥ, ਸੋਇਨਾ ਭਾਵ ਸੋਨਾ, ਰੂਪਾ ਇਸ ਦਾ ਅਰਥ ਹੁੰਦਾ ਹੈ ਜੀ ਚਾਂਦੀ, ਸਲਾਹਣਾ ਵਡਿਆਈ ਕਰਨਾ, ਗੁਣ ਗਾਉਣਾ। ਇਸ ਸ਼ਬਦ ਦੀ ਵਿਆਖਿਆ ਨਦੀਆਂ ਹੋਵੈ ਧੇਨਵਾ, ਸੁਮ ਹੋਵੈ ਦੁੱਧ ਘਿਓ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਪ੍ਰਮਾਤਮਾ, ਜੇ ਸਾਰੀਆਂ ਨਦੀਆਂ ਮੇਰੇ ਵਾਸਤੇ ਗਾਈਆਂ ਬਣ ਜਾਣ, ਗਊਆਂ ਬਣ ਜਾਣ, ਪਾਣੀ ਦੇ ਸੋਮੇ ਦੁੱਧ ਤੇ ਘਿਓ ਬਣ ਜਾਣ, ਭਾਵ ਇੰਨੇ ਪਦਾਰਥ ਮੇਰੇ ਵਾਸਤੇ ਹੋਣ, ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ, ਸਾਰੀ ਜ਼ਮੀਨ ਸ਼ੱਕਰ ਬਣ ਜਾਵੇ ਤੇ ਇਹਨਾਂ ਪਦਾਰਥਾਂ ਨੂੰ ਦੇਖ ਕੇ ਮੇਰੀ ਜਿੰਦ ਖੁਸ਼ ਹੋਵੇ, ਨਿਤ ਖੁਸ਼ੀ ਮਨਾਵੇ। ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਵੇ, ਇੰਨੀ ਦੌਲਤ ਮੇਰੇ ਕੋਲੇ ਹੋਵੇ, ਭੀ ਤੂੰ ਹੈ ਸਾਲਾਹਣਾ, ਆਖਣ ਲਹੇ ਨਾ ਚਾਓ, ਤਾਂ ਵੀ ਹੇ ਦਾਤਿਆ ਮੈਂ ਇਹਨਾਂ ਪਦਾਰਥਾਂ ਵਿੱਚ ਨਾ ਫਸਾਂ ਤੇ ਤੇਰੀ ਹੀ ਸਿਫਤ ਸਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਓ ਮੁੱਕ ਨਾ ਜਾਏ। ਸੋ ਪ੍ਰਮਾਤਮਾ ਤੋਂ ਉਸ ਦਾ ਗੁਣ ਗਾਉਣ ਦੀ, ਉਸ ਦਾ ਸਿਮਰਨ ਕਰਨ ਦੀ ਦਾਤ ਹੈ ਜਿਹੜਾ ਉਹ ਗੁਰੂ ਜੀ ਮੰਗ ਰਹੇ ਹਨ। ਜਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਵੀ ਸ਼ਲੋਕ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਤਾਂ ਉਹਦੇ ਵਿੱਚ ਬਾਬਾ ਫਰੀਦ ਜੀ ਵੀ ਮਿਸ਼ਰੀ ਦੀ ਗੱਲ, ਗੁੜ ਦੀ ਗੱਲ, ਸ਼ੱਕਰ ਦੀ ਗੱਲ, ਇਹਨਾਂ ਮਿੱਠੇ ਪਦਾਰਥਾਂ ਸ਼ਹਿਦ ਦੀ ਗੱਲ ਕਰਕੇ ਕਹਿੰਦੇ ਹਨ ਕਿ ਬੇਸ਼ੱਕ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਉਸ ਰੱਬ ਦੇ ਨਾਮ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦੀਆਂ। ਸੋ ਇਸੇ ਤਰ੍ਹਾਂ ਦੇ ਜਿਹੜੇ ਬਾਬਾ ਫਰੀਦ ਨੇ ਗੱਲ ਕੀਤੀ ਹੈ, ਉਸੇ ਦੀ ਪ੍ਰੋੜਤਾ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਦੇ ਵਿੱਚ ਕਰ ਰਹੇ ਹਨ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸੰਸਾਰਿਕ ਸੁੱਖ ਦੇਣ ਵਾਲੀਆਂ ਵਸਤੂਆਂ, ਇਹ ਜੀਵ ਨੂੰ ਕਦੇ ਵੀ ਓਨਾ ਆਤਮਿਕ ਆਨੰਦ ਨਹੀਂ ਦੇ ਸਕਦੀਆਂ ਜਿਹੜੀ ਸੁੱਖ, ਜਿਹੜੀ ਸ਼ਾਂਤੀ ਉਸ ਪਰਮਾਤਮਾ ਦੀ ਵਡਿਆਈ ਕਰਕੇ, ਉਸ ਦਾ ਗੁਣਗਾਨ ਕਰਕੇ ਮਨੁੱਖ ਨੂੰ ਜੋ ਪ੍ਰਾਪਤ ਹੁੰਦੀ ਹੈ, ਜੋ ਆਨੰਦ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਉਹ ਇਹ ਸਾਰੀਆਂ ਚੀਜ਼ਾਂ ਨਹੀਂ ਦੇ ਸਕਦੀਆਂ। ਅਗਰ ਇਸ ਕਾਵਿ-ਬੰਧ ਦਾ ਪ੍ਰਸੰਗ ਲਿਖਣਾ ਹੋਵੇ ਤਾਂ ਇਹ ਕਾਵਿ ਟੋਟਾ ਕਾਵਿ ਕਮਾਈ ਕਾਵਿ ਸੰਗ੍ਰਹਿ ਵਿੱਚ ਪਾਠ 2 ਉਪ ਸਰਲੇਖ ਹੇਠ ਦਰਜ ਹੈ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਦੱਸਿਆ ਹੈ
ਕਿ ਸੱਚਾ ਸਾਧਕ ਇਸ ਸੰਸਾਰ ਦੇ ਭੌਤਿਕ ਸੁੱਖਾਂ ਦੇ ਜਲਵੇ ਵਿੱਚ ਆ ਕੇ ਉਸ ਪ੍ਰਮਾਤਮਾ ਨੂੰ ਭੁੱਲਦਾ ਨਹੀਂ, ਸਗੋਂ ਉਹ ਪ੍ਰਮਾਤਮਾ ਦਾ ਗੁਣਗਾਨ ਹੋਰ ਵੀ ਉਮਾ ਨਾਲ ਉਤਸ਼ਾਹ ਨਾਲ ਕਰਦਾ ਹੈ। ਕਾਵ ਸੁਹਜ ਇਸ ਕਵਿਤਾ ਦਾ। ਨਦੀਆਂ ਹੋਵੈ ਧੇਨਵਾ, ਇਸ ਵਿੱਚ ਸੋਮਾ, ਸਰੋਤ, ਦੁੱਧ, ਘਿਓ ਤਿੰਨੇ ਵਹਿਣ ਵਾਲੇ ਪਦਾਰਥ ਹਨ। ਸੋਮੇ ਜਿਸ ਤਰ੍ਹਾਂ ਅਨੰਤ ਵਾਹ ਵਿੱਚ ਵਹਿੰਦੇ ਰਹਿੰਦੇ ਹਨ, ਇਸੇ ਤਰ੍ਹਾਂ ਧਰਤੀ ਉੱਤੇ ਸਦਾ ਦੁੱਧ ਅਤੇ ਘਿਓ ਦੇ ਸੋਮੇ ਵਗਦੇ ਰਹਿਣ, ਤਾਂ ਕਿ ਕਿਸੇ ਨੂੰ ਲੈਣ ਵਿੱਚ ਤਕਲੀਫ ਨਾ ਹੋਵੇ, ਕੋਈ ਜੀਵ ਭੁੱਖਾ ਨਾ ਹੋਵੇ। ਅਤਿਸ਼ਯੋਕਤੀ ਅਲੰਕਾਰ ਦੀ ਵਰਤੋਂ ਇਸ ਬੰਦ ਵਿੱਚ ਹੋਈ ਹੈ। ਮਨੁੱਖੀ ਉਮੰਗਾਂ ਨੂੰ ਸੁਪਨਮਈ ਸੰਸਾਰ ਵਾਂਗ ਪੇਸ਼ ਕੀਤਾ ਗਿਆ ਹੈ। ਵਰਣ ਮੰਤਰੀ ਦੀ ਵਰਤੋਂ ਕੀਤੀ ਗਈ ਹੈ। ਵਰਣ ਮੰਤਰੀ ਤੋਂ ਭਾਵ ਸ਼ਬਦ ਰਚਨਾ ਵਿੱਚ ਸਮਾਨ ਕੋਟੀ ਦੇ ਵਰਨ ਰੱਖੇ ਜਾਣ, ਜਿਹਾ ਕਿ ਸੁਮ ਹੋਵੇ ਦੁੱਧ ਘਿਓ, ਇਹ ਇਸ ਦੀ ਉਦਾਹਰਣ ਹੈ। ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਸ਼ਬਦ ਜਿਹੜਾ ਕਿ ਪਾਠ 3 ਉਪਸ਼ਰਲੇਖ ਹੇਠ ਦਰਜ ਹੈ, ਕਹਿਹਾ ਕੰਚਨ ਟੁੱਟੈ ਸਾਰ। ਇਸ ਦੇ ਸ਼ਬਦ ਅਰਥ ਇਸ ਪ੍ਰਕਾਰ ਹਨ। ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆ ਗੰਢ ਪਵੇ ਜਾ ਖਾਏ। ਤਾਂ ਕਹਿਹਾ ਇਸ ਦਾ ਅਰਥ ਹੈ ਇੱਕ ਧਾਤੂ, ਕਾਂਸੀ, ਕਾਂਸਾ, ਕੰਚਨ ਭਾਵ ਸੋਨਾ, ਸਾਰ ਲੋਹਾ, ਗੰਢ ਟਾਂਕਾ, ਗੋਰੀ ਇਸ ਦਾ ਅਰਥ ਹੁੰਦਾ ਇਸਤਰੀ ਜਾਂ ਵਹੁਟੀ, ਪਤਾਰ ਪਤੀ, ਪੁੱਤੀ ਭਾਵ ਪੁੱਤਰਾਂ ਦੇ ਨਾਲ, ਗੰਢ ਭਾਵ ਸਬੰਧ, ਮੰਗੈ ਇੱਥੇ ਮੰਗਣ ਤੋਂ ਭਾਵ ਟੈਕਸ ਤੋਂ ਹੈ, ਲਗਾਨ ਤੋਂ ਹੈ। ਸੋ ਇੱਥੇ ਜਿਹੜਾ ਗੰਢ ਸ਼ਬਦ ਹੈ ਉਹ ਵੱਖ-ਵੱਖ ਅਰਥ ਦੇ ਰਿਹਾ ਹੈ। ਪਹਿਲੇ ਦੇ ਵਿੱਚ ਜਿੱਥੇ ਟਾਂਕਾ ਉਸ ਦਾ ਅਰਥ ਹੈ, ਦੂਸਰੇ ਦੇ ਵਿੱਚ ਇਸ ਦਾ ਅਰਥ ਸੰਬੰਧ ਹੈ। ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸਤ ਸੋ ਹੋਏ, ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੂੰਹ ਮਾਰ, ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਕਾਲਾ ਗੰਢ ਮਤਲਬ ਅਕਾਲ ਦਾ ਖਾਤਮਾ, ਝੋਲ ਭਾਵ ਬਹੁਤ ਮੀਂਹ, ਗੰਢ ਪ੍ਰੀਤੀ ਪਿਆਰ ਦੀ ਗੰਢ, ਬੇਦਾ ਭਾਵ ਵੇਦ, 4 ਵੇਦਾਂ ਦੀ ਜਿਹੜੀ ਜ਼ਿਕਰ ਸਾਡੇ ਸਾਹਿਤ ਦੇ ਵਿੱਚ ਆਉਂਦਾ ਹੈ, ਨੇਕੀ ਭਾਵ ਚੰਗਿਆਈ ਭਲਾਈ, ਸਤ ਭਾਵ ਦਾਨ, ਮੂੰਹ ਮਾਰ ਭਾਵ ਮੂੰਹ 'ਤੇ ਮਾਰ, ਸਿਫਤੀ ਭਾਵ ਸਲਾਹ ਵਡਿਆਈ। ਇਸ ਕਾਵੰਦ ਕਹਿਹਾ ਕੰਚਨ ਟੁੱਟੇ ਸਾਰ ਦੀ ਵਿਆਖਿਆ ਇਸ ਪ੍ਰਕਾਰ ਹੈ। ਕਹਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੇਕਰ ਕਾਂਸੀ, ਸੋਨਾ ਜਾਂ ਲੋਹਾ ਟੁੱਟ ਜਾਵੇ ਤਾਂ ਲੋਹਾਰ ਅੱਗ ਨਾਲ ਇਸ 'ਤੇ ਟਾਂਕਾ ਲਾ ਦਿੰਦਾ ਹੈ, ਇਹਨਾਂ ਧਾਤੂਆਂ ਨੂੰ ਜੋੜ ਦਿੰਦਾ ਹੈ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਜੇਕਰ ਇਸਤਰੀ ਨਾਲ ਉਸ ਦਾ ਪਤੀ ਨਾਰਾਜ਼ ਹੋ ਜਾਏ ਤਾਂ ਜਗਤ ਵਿੱਚ ਇਹਨਾਂ ਦਾ ਜੋੜ, ਇਹਨਾਂ ਦਾ ਸੰਬੰਧ ਪੁੱਤਰਾਂ ਰਾਹੀਂ ਬਣਿਆ ਰਹਿੰਦਾ ਹੈ। ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜਾ ਆਪਣੀ ਪਰਜਾ ਦੇ ਕੋਲੋਂ ਮਾਮਲਾ ਮੰਗਦਾ ਹੈ, ਟੈਕਸ ਮੰਗਦਾ ਹੈ, ਤੇ ਇਹ ਪਰਜਾ ਜਦੋਂ ਮਾਮਲਾ ਦਿੰਦੀ ਹੈ ਤਾਂ ਰਾਜੇ ਨਾਲ ਪਰਜਾ ਦਾ ਜਿਹੜਾ ਮੇਲ ਬਣਦਾ ਹੈ। ਭੁੱਖਿਆਂ ਗੰਢ ਪਵੇ ਜਾ ਖਾਏ। ਭੁੱਖ ਤੋਂ ਦੁਖੀ ਹੋਏ ਬੰਦੇ ਦਾ ਆਪਣੇ ਸਰੀਰ ਦੇ ਨਾਲ ਸੰਬੰਧ ਤਾਂ ਹੀ ਬਣਿਆ ਰਹਿੰਦਾ ਹੈ ਜੇਕਰ ਉਹ ਰੋਟੀ ਖਾਂਦਾ ਹੈ, ਕੁਝ ਖਾਂਦਾ ਹੈ। ਨਹੀਂ ਤਾਂ ਬੰਦਾ ਜਦੋਂ ਭੁੱਖਾ ਰਹਿੰਦਾ ਹੈ ਤਾਂ ਉਸ ਦੇ ਜਿਹੜੀ ਆਤਮਾ ਤੇ ਉਸ ਦਾ ਸਰੀਰ ਉਹ ਦੋਨੇ ਵੱਖ-ਵੱਖ ਹੋ ਜਾਂਦੇ ਹਨ ਤੇ ਉਹਨਾਂ ਦਾ ਸੰਬੰਧ ਨਹੀਂ ਰਹਿ ਜਾਂਦਾ। ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ।
ਅਕਾਲ ਮੁੱਕ ਜਾਂਦੇ ਹਨ ਜੇ ਬਹੁਤੇ ਵੀ ਮੀਂਹ ਪੈਣ ਨਦੀਆਂ ਚੱਲਣ। ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਬਚਨਾਂ ਦੇ ਨਾਲ ਪਿਆਰ ਦੀ ਗੰਢ ਪੈਂਦੀ ਹੈ, ਭਾਵ ਪਿਆਰ ਪੱਕਾ ਹੁੰਦਾ ਹੈ। ਵੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਵੇਦ ਵਰਗੀਆਂ ਧਾਰਮਿਕ ਪੁਸਤਕਾਂ ਨਾਲ ਮਨੁੱਖ ਦਾ ਜੋੜ ਜੁੜਦਾ ਹੈ ਜੇਕਰ ਮਨੁੱਖ ਸੱਚ ਬੋਲੇ। ਮਰੇ ਹੋਏ ਬੰਦਿਆਂ ਦਾ ਦੁਨੀਆ ਦੇ ਨਾਲ ਸੰਬੰਧ ਬਣਿਆ ਰਹਿੰਦਾ ਹੈ ਜੇਕਰ ਮਨੁੱਖ ਭਲਾਈ ਕਰਦਾ ਰਹੇ, ਦਾਨ ਕਰਦਾ ਰਹੇ, ਭਾਵ ਜਿਹੜੇ ਲੋਕ ਦੁਨੀਆ 'ਤੇ ਨੇਕੀ ਕਰਦੇ ਹਨ ਉਹਨਾਂ ਨੂੰ ਦੁਨੀਆ ਵਾਲੇ ਯਾਦ ਕਰਦੇ ਹਨ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੂੰਹ ਮਾਰ। ਸੋ ਇਸ ਤਰ੍ਹਾਂ ਸੰਬੰਧਾਂ ਦਾ ਜਗਤ ਦੇ ਵਿੱਚ ਕਾਰ ਵਿਹਾਰ ਚੱਲਦਾ ਹੈ। ਮੂਰਖ ਦੇ ਮੂਰਖਪੁਣੇ ਨੂੰ ਉਦੋਂ ਰੋਕ ਪੈਂਦੀ ਹੈ ਜਦੋਂ ਉਸ ਦੇ ਮੂੰਹ 'ਤੇ ਮਾਰ ਪੈਂਦੀ ਹੈ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਇਹ ਸਾਰੀ ਚਰਚਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ, ਉਸ ਦੀ ਵਡਿਆਈ ਕਰਨ ਨਾਲ, ਉਸ ਦੇ ਗੁਣ ਗਾਉਣ ਨਾਲ ਮਨੁੱਖ ਦਾ ਪ੍ਰਭੂ ਦੇ ਦਰਬਾਰ ਵਿੱਚ ਆਦਰ ਪਿਆਰ ਦਾ ਸੰਬੰਧ ਜੁੜਦਾ ਹੈ। ਭਾਵ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸੇ ਮਨੁੱਖ ਦੀ ਕਦਰ ਪੈਂਦੀ ਹੈ ਜਿਹੜੇ ਮਨੁੱਖ ਉਸ ਪਰਮਾਤਮਾ ਨੂੰ ਯਾਦ ਕਰਦੇ ਹਨ, ਨੇਕੀ ਦੇ ਕੰਮ ਕਰਦੇ ਹਨ, ਭਲਾਈ ਦੇ ਰਸਤੇ 'ਤੇ ਚੱਲਦੇ ਹਨ। ਸੋ ਇਸ ਕਾਵਿਬੰਧ ਦੀ ਅਗਰ ਪ੍ਰਸੰਗ ਲਿਖਣਾ ਹੋਵੇ, ਇਹ ਕਾਵਿ ਟੋਟਾ ਕਾਵਿ ਕਮਾਈ ਕਾਵਿ ਸੰਗ੍ਰਹਿ ਵਿੱਚ ਪਾਠ 3 ਉਪ ਸਿਰਲੇਖ ਹੇਠ ਦਰਜ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਸੰਸਾਰ ਵਿੱਚ ਸੰਬੰਧ ਪੈਦਾ ਕਰਨ ਵਾਲੀਆਂ ਵੱਖ-ਵੱਖ ਗੰਢਾਂ ਦਾ ਉਲੇਖ ਕੀਤਾ ਹੈ ਤੇ ਨਾਲੇ ਦੱਸਿਆ ਹੈ ਕਿ ਮਨੁੱਖ ਦੀ ਉਸ ਪ੍ਰਭੂ ਦਰਬਾਰ ਦੇ ਵਿੱਚ ਉਸ ਦੀ ਸਿਫਤ ਸਲਾਹ ਕਰਨ ਨਾਲ ਕਦਰ ਪੈਂਦੀ ਹੈ। ਇਸ ਕਵਿਤਾ ਦਾ ਕਾਵਿ ਸੁਹਜ ਕਹਿਹਾ ਕੰਚਨ ਟੁੱਟੇ ਸਾਰ ਸ਼ਬਦ ਜੁੱਟਬੱਧ ਰੂਪ ਵਿੱਚ ਇਸ ਸੰਬੰਧ ਵਿੱਚ ਪੇਸ਼ ਹੋਇਆ ਹੈ। ਹਰ ਜੁੱਟ ਇੱਕ ਸੰਬੰਧ ਨੂੰ ਪੇਸ਼ ਕਰਦਾ ਹੈ, ਪਰ ਇਸ ਜੁੱਟ ਦਾ ਆਪਸੀ ਸੰਬੰਧ ਬਣਿਆ ਰਹੇ ਇਸ ਲਈ ਇੱਕ ਤੀਸਰੀ ਹੋਂਦ ਹੈ ਤੇ ਉਸ ਵੱਲ ਸੰਕੇਤ ਕੀਤਾ ਗਿਆ ਹੈ। ਪੂਰੇ ਸ਼ਬਦ ਦੀਆਂ ਸਾਰੀਆਂ ਤੁਕਾਂ ਇੱਕ ਜੁੱਟ ਤੇ ਇੱਕ ਗੰਢ ਅਥਵਾ ਰਿਸ਼ਤੇ ਨੂੰ ਵਾਰੀ-ਵਾਰੀ ਪੇਸ਼ ਕਰਦੀਆਂ ਹਨ ਤੇ ਇਹੋ ਇਸ ਬਾਣੀ ਪਦੇ ਦਾ ਸੁਹਾਜਾਤਮਕ ਪੱਖ ਹੈ। ਸੋ ਇਹ ਸੀ ਜੀ ਗੁਰੂ ਨਾਨਕ ਦੇਵ ਜੀ ਦੀਆਂ 3 ਕਵਿਤਾਵਾਂ। ਤੂੰ ਦਰਿਆਓ ਦਾਨਾ ਬੀਨਾ, ਨਦੀਆਂ ਹੋਵੈ ਧੇਨਵਾ, ਕਹਿਹਾ ਕੰਚਨ ਟੁੱਟੈ ਸਾਰ। ਇਹਨਾਂ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ ਹੈ, ਮਛਲੀ ਦਰਿਆ ਦਾ ਆਰ ਪਾਰ ਕਿਉਂ ਨਹੀਂ ਜਾਣ ਸਕਦੀ? ਇਸ ਦਾ ਉੱਤਰ ਹੈ, ਮਛਲੀ ਇੱਕ ਬਹੁਤ ਛੋਟਾ ਜਿਹਾ ਜੀਵ ਹੈ ਤੇ ਦਰਿਆ ਅਪਾਰ ਹੈ, ਅਥਾਹ ਹੈ, ਇਸ ਕਰਕੇ ਮਛਲੀ ਦਰਿਆ ਦਾ ਆਰ ਪਾਰ ਨਹੀਂ ਜਾਣ ਸਕਦੀ। ਪ੍ਰਸ਼ਨ, ਜੀਵ ਆਤਮਾ ਤੇ ਮਛਲੀ ਦੇ ਸਹਿ ਗੁਣਾਂ ਦੀ ਤੁਲਨਾ ਪੇਸ਼ ਕਰੋ। ਪਾਰ ਬ੍ਰਹਮ ਦੇ ਮੁਕਾਬਲੇ ਜੀਵ ਆਤਮਾ ਤੇ ਦਰਿਆ ਦੇ ਮੁਕਾਬਲੇ ਮਛਲੀ ਤੁੱਛ ਜਿਹੀ ਵਸਤੂ ਹੈ। ਮਛਲੀ ਦਾ ਜੀਵਨ ਸਹਾਰਾ ਦਰਿਆ ਹੈ ਤੇ ਜੀਵ ਆਤਮਾ ਦਾ ਪਾਰ ਬ੍ਰਹਮ ਪਰਮਾਤਮਾ ਹੈ। ਮਛਲੀ ਦਰਿਆ ਦਾ ਅੰਤ ਨਹੀਂ ਪਾ ਸਕਦੀ, ਉਸੇ ਤਰ੍ਹਾਂ ਇਹ ਜੀਵ ਆਤਮਾ ਉਸ ਪਰਮਾਤਮਾ ਦਾ ਪਾਰ ਨਹੀਂ ਪਾ ਸਕਦੀ। ਪ੍ਰਸ਼ਨ, ਤੂੰ ਭਰਪੂਰ ਜਾਣਿਆ ਮੈਂ ਦੂਰ, ਇਸ ਦੀ ਵਿਆਖਿਆ ਕਰੋ। ਇਸ ਦਾ ਅਰਥ ਹੈ ਜੀ ਪਰਮਾਤਮਾ ਜਗਤ ਵਿੱਚ ਹਰ ਥਾਂ ਕਣ ਕਣ ਵਿੱਚ ਵਸਦਾ ਹੈ, ਰਸਦਾ ਹੈ, ਪਰ ਜੀਵ ਇਸਤਰੀ ਅਗਿਆਨਤਾ ਵਸ ਉਸ ਨੂੰ ਕਿਤੇ ਦੂਰ ਵਸਦਾ ਸਮਝ ਕੇ ਮੰਦੇ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਹੈ। ਪ੍ਰਸ਼ਨ, ਤੂੰ ਦਰਿਆਓ ਦਾਨਾ ਬੀਨਾ ਸ਼ਬਦ ਵਿੱਚ ਪ੍ਰਤੀਬਿੰਬਤ ਪਰਮਾਤਮਾ ਦੇ ਗੁਣ ਵਰਣਨ ਕਰੋ। ਇਸ ਦਾ ਉੱਤਰ ਹੈ, ਪਰਮਾਤਮਾ ਬੇਅੰਤ ਹੈ, ਅਪਾਰ ਹੈ, ਸਰਬ ਵਿਆਪਕ ਹੈ। ਦਾਨਾ ਬੀਨਾ ਅਰਥਾਤ ਸਭ ਕੁਝ ਦੇਖ ਰਿਹਾ ਹੈ, ਸਮਝ ਰਿਹਾ ਹੈ। ਸੰਸਾਰ ਦਾ ਸਿਰਜਣਹਾਰ, ਜੀਵਾਂ ਦਾ ਪਾਲਕ ਤੇ ਸਾਰੇ ਜਗਤ ਵਿੱਚ ਆਪਣੇ ਭਾਣੇ ਅਨੁਸਾਰ ਹੁਕਮ ਵਰਤਾਉਣ ਵਾਲਾ ਉਹ ਪਰਮਾਤਮਾ ਹੀ ਹੈ।
ਪ੍ਰਸ਼ਨ ਤੂੰ ਦਰਿਆਓ ਦਾਨਾ ਬੀਨਾ ਸ਼ਬਦ ਦਾ ਕੇਂਦਰੀ ਵਿਚਾਰ ਅੰਤਰੀ ਭਾਵ ਲਿਖੋ। ਇਸ ਦਾ ਅੰਤਰੀ ਭਾਵ ਹੈ ਕਿ ਦਰਿਆ ਦਾ ਪਾਰ ਮੱਛਲੀ ਨਹੀਂ ਪਾ ਸਕਦੀ, ਉਸੇ ਤਰ੍ਹਾਂ ਜੀਵ ਆਤਮਾ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੀ। ਪਰਮਾਤਮਾ ਸੰਸਾਰ ਦੇ ਕਣ ਕਣ ਵਿੱਚ ਮੌਜੂਦ ਹੈ, ਉਸ ਦੇ ਮੁਕਾਬਲੇ ਮਨੁੱਖ ਇੱਕ ਤੁੱਛ ਜਿਹਾ ਜੀਵ ਹੈ। ਮਨੁੱਖ ਚਾਹ ਕੇ ਵੀ ਪਰਮਾਤਮਾ ਦੀ ਵਿਆਪਕਤਾ ਨੂੰ ਨਹੀਂ ਜਾਣ ਸਕਦਾ। ਪ੍ਰਸ਼ਨ ਮਛਲੀ ਕਿਸ ਚੀਜ਼ ਦਾ ਪ੍ਰਤੀਕ ਹੈ? ਇਸ ਸ਼ਬਦ ਦੇ ਵਿੱਚ ਤੂੰ ਦਰਿਆਓ ਦਾਨਾ ਬੀਨਾ ਸ਼ਬਦ ਵਿੱਚ ਮਛਲੀ ਜੀਵ ਆਤਮਾ ਦਾ ਪ੍ਰਤੀਕ ਹੈ। ਪ੍ਰਸ਼ਨ ਤੂੰ ਦਰਿਆਓ ਦਾਨਾ ਬੀਨਾ ਸ਼ਬਦ ਵਿੱਚ ਕਿਹੜਾ ਅਲੰਕਾਰ ਹੈ? ਤਾਂ ਇਸ ਦੇ ਵਿੱਚ ਰੂਪਕ ਅਲੰਕਾਰ ਦੀ ਵਰਤੋਂ ਹੋਈ ਹੈ। ਪ੍ਰਸ਼ਨ ਨਦੀਆਂ ਹੋਵੇ ਧੇਨਵਾ ਸ਼ਬਦ ਦਾ ਕੇਂਦਰੀ ਭਾਵ ਲਿਖੋ। ਇਸ ਦਾ ਉੱਤਰ ਹੈ ਜੀ, ਜਿਹੜਾ ਸੱਚਾ ਸਾਧਕ ਹੁੰਦਾ ਹੈ ਉਹ ਭੌਤਿਕ ਸੰਸਾਰ ਦੇ ਅਪਾਰ ਸੁੱਖਾਂ ਵਿੱਚ ਭਰਪੂਰ ਜਲਵਿਆਂ ਵਿੱਚ ਆ ਕੇ ਆਪਣੇ ਪ੍ਰਭੂ ਪ੍ਰੀਤਮ ਨੂੰ ਨਹੀਂ ਭੁੱਲਦਾ, ਸਗੋਂ ਉਸ ਦਾ ਗੁਣਗਾਨ ਹਮੇਸ਼ਾ ਕਰਦਾ ਹੈ ਤੇ ਹੋਰ ਵੀ ਵੱਧ ਉਤਸ਼ਾਹ ਦੇ ਨਾਲ ਕਰਦਾ ਹੈ। ਪ੍ਰਸ਼ਨ ਨਦੀਆਂ ਹੋਵੇ ਧੇਨਵਾ ਇਸ ਬਾਣੀ ਦਾ ਕਰਤਾ ਗਊਆਂ ਰੂਪੀ ਨਦੀਆਂ, ਦੁੱਧ ਘਿਓ ਰੂਪੀ ਸੋਮੇ ਅਤੇ ਸੋਨੇ ਚਾਂਦੀ ਰੂਪੀ ਪਰਬਤ ਦੀ ਕਾਮਨਾ ਕਿਉਂ ਕਰਦਾ ਹੈ? ਇਸ ਬਾਣੀ ਦਾ ਰਚਨਾ ਕਰਤਾ ਗਊਆਂ ਰੂਪੀ ਨਦੀਆਂ, ਦੁੱਧ ਘਿਓ ਰੂਪੀ ਸੋਮਿਆਂ ਅਤੇ ਸੋਨੇ ਚਾਂਦੀ ਦੇ ਪਰਬਤਾਂ ਦੀ ਕਾਮਨਾ ਇਸ ਕਰਕੇ ਕਰਦਾ ਹੈ ਕਿ ਇਹ ਜਿਹੜੀ ਹੈ ਸੱਚੇ ਸਾਧਕ ਦੀ ਪਛਾਣ ਹੈ। ਸੱਚਾ ਸਾਧਕ ਇਹਨਾਂ ਪਦਾਰਥਾਂ ਦੇ ਜਲਵੇ ਵਿੱਚ ਨਹੀਂ ਆਉਂਦਾ, ਉਹ ਆਪਣੇ ਪ੍ਰਭੂ ਪਰਮਾਤਮਾ ਦੇ ਦੱਸੇ ਰਸਤੇ 'ਤੇ ਚੱਲਦਾ ਰਹਿੰਦਾ ਹੈ। ਉਸ ਪ੍ਰਭੂ ਦੀ ਉਸਤਤ, ਉਸ ਦੀ ਵਡਿਆਈ ਦੇ ਗੀਤ ਗਾਉਂਦਾ ਰਹਿੰਦਾ ਹੈ। ਨਦੀਆਂ ਹੋਵੇ ਧੇਨਵਾ ਇਸ ਬਾਣੀ ਵਿੱਚ ਅਤਿਸ਼ੋਕਤੀ ਅਲੰਕਾਰ ਦੀ ਵਰਤੋਂ ਹੈ ਜਾਂ ਵਿਰੋਧ ਅਲੰਕਾਰ ਦੀ? ਉੱਤਰ ਪਰਿਭਾਸ਼ਾਵਾਂ ਦੇ ਕੇ ਸਪਸ਼ਟ ਕਰੋ। ਇਸ ਬਾਣੀ ਵਿੱਚ ਅਤਿਸ਼ੋਕਤੀ ਭਾਵ ਅਤੀ ਕਥਨੀ ਅਲੰਕਾਰ ਦੀ ਵਰਤੋਂ ਹੋਈ ਹੈ, ਕਿਉਂਕਿ ਇਸ ਵਿੱਚ ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਬਿਆਨ ਕੀਤਾ ਗਿਆ ਹੈ। ਪ੍ਰਸ਼ਨ ਨਦੀਆਂ ਹੋਵੇ ਧੇਨਵਾ ਸ਼ਬਦ ਵਿੱਚ ਕੀ ਪੇਸ਼ ਕੀਤਾ ਗਿਆ ਹੈ? ਤਾਂ ਇਸ ਰਚਨਾ ਦੇ ਵਿੱਚ ਮਨੁੱਖੀ ਇੱਛਾਵਾਂ ਦੀ ਪੇਸ਼ਕਾਰੀ ਹੋਈ ਹੈ। ਨਦੀਆਂ ਹੋਵੇ ਧੇਨਵਾ ਵਿੱਚ ਕਵੀ ਕਿਸ ਗੱਲ ਦੀ ਕਾਮਨਾ ਕਰਦਾ ਹੈ? ਇਸ ਰਚਨਾ ਵਿੱਚ ਕਵੀ ਪ੍ਰਭੂ ਦੇ ਨਾਮ ਸਿਮਰਨ ਦੀ ਕਾਮਨਾ ਕਰਦਾ ਹੈ। ਪ੍ਰਸ਼ਨ ਹੈ ਕਹਿਹਾ ਕੰਚਨ ਟੁੱਟੈ ਸਾਰ ਇਸ ਸ਼ਬਦ ਦਾ ਕੇਂਦਰੀ ਭਾਵ ਲਿਖੋ। ਭੌਤਿਕ ਸੰਸਾਰ ਵਿੱਚ ਵੱਖ-ਵੱਖ ਵਸਤੂਆਂ ਦੇ ਸੰਬੰਧ ਵੱਖ-ਵੱਖ ਸਾਧਨਾਂ ਦੇ ਨਾਲ ਜੁੜਦੇ ਹਨ। ਜਿਵੇਂ ਲੁਹਾਰ ਅੱਗ ਨੂੰ ਸਾਧਨ ਬਣਾ ਕੇ ਧਾਤਾਂ ਨੂੰ ਜੋੜਦਾ ਹੈ, ਪਤੀ ਪਤਨੀ ਦੇ ਝਗੜੇ ਵਿੱਚ ਪੁੱਤਰ ਸੰਬੰਧ ਜੋੜਦਾ ਹੈ, ਇਸੇ ਤਰ੍ਹਾਂ ਮਨੁੱਖ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਤਾਂ ਇਸ ਸਾਧਨ ਵਜੋਂ ਉਹ ਪ੍ਰਭੂ ਦੇ ਦਰਬਾਰ ਨਾਲ ਜੁੜਦਾ ਹੈ। ਪ੍ਰਸ਼ਨ ਕਹਿਹਾ ਕੰਚਨ ਟੁੱਟੈ ਸਾਰ ਇਸ ਪਦੇ ਵਿੱਚ ਕਿਹੜੀਆਂ-ਕਿਹੜੀਆਂ ਗੰਢਾਂ ਦਾ ਜ਼ਿਕਰ ਹੈ ਤੇ ਸਭ ਤੋਂ ਉੱਤਮ ਗੰਢ ਕਿਸ ਨੂੰ ਮੰਨਿਆ ਗਿਆ ਹੈ? ਇਸ ਪਦੇ ਵਿੱਚ ਧਾਤ ਤੇ ਅਗਨੀ, ਪਤੀ ਪਤਨੀ, ਰਾਜਾ ਪਰਜਾ, ਭੁੱਖਾ ਤੇ ਭੋਜਨ, ਅਕਾਲ ਤੇ ਮੀਂਹ, ਪਿਆਰ ਮਿੱਠੇ ਬੋਲ, ਮੌਤ ਤੇ ਨੇਕੀ, ਮੂਰਖ ਤੇ ਮਾਰ ਆਦਿ ਗੰਢਾਂ ਦਾ ਜ਼ਿਕਰ ਹੋਇਆ ਹੈ। ਮਨੁੱਖ ਦੁਆਰਾ ਪ੍ਰਭੂ ਦੀ ਸਿਫਤ ਸਲਾਹ ਕਰਕੇ ਪਿਆਰੇ ਰੱਬ ਦੇ ਨਾਲ ਪਾਈ ਗੰਢ ਨੂੰ ਅਤੀ ਉੱਤਮ ਦੱਸਿਆ ਗਿਆ ਹੈ। ਪ੍ਰਸ਼ਨ ਉਲੇਖ ਅਲੰਕਾਰ ਦੀ ਪਰਿਭਾਸ਼ਾ ਦੱਸੋ। ਕੀ ਇਸ ਭਾਵ ਜਿਹੜਾ ਸ਼ਬਦ ਹੈ ਕਿਹਾ ਕੰਚਨ ਟੁੱਟੈ ਸਾਰ ਵਿੱਚ ਇਸ ਦਾ ਪ੍ਰਯੋਗ ਹੋਇਆ ਹੈ? ਜਦੋਂ ਵਸਤੂ ਦੀ ਵੱਖ-ਵੱਖ ਲੋਕ ਵੱਖ-ਵੱਖ ਰੂਪ ਵਿੱਚ ਕਲਪਨਾ ਕਰਨ ਜਾਂ ਇੱਕ ਵਸਤੂ ਨੂੰ ਆਦਮੀ ਅਨੇਕ ਰੂਪਾਂ ਵਿੱਚ ਦੇਖੇ ਤਾਂ ਉੱਥੇ ਉਲੇਖ ਅਲੰਕਾਰ ਹੁੰਦਾ ਹੈ। ਇਸ ਬਾਣੀ ਪਦੇ ਵਿੱਚ ਉਲੇਖ ਅਲੰਕਾਰ ਦਾ ਪ੍ਰਯੋਗ ਹੋਇਆ ਹੈ ਕਿਉਂਕਿ ਬਾਣੀ ਦਾ ਕਰਤਾ ਗੰਢ ਸ਼ਬਦ ਨੂੰ ਅਨੇਕ ਰੂਪਾਂ ਵਿੱਚ ਦੇਖਦਾ ਹੈ, ਵਰਤਦਾ ਹੈ। ਪ੍ਰਸ਼ਨ ਕਹਿਹਾ ਕੰਚਨ ਟੁੱਟੇ ਸਾਰ ਬਾਣੀ ਪਦੇ ਦਾ ਵਿਸ਼ਾ ਕੀ ਹੈ? ਸੰਸਾਰਿਕ ਗੰਢਾਂ ਤੇ ਪ੍ਰਭੂ ਦਰਬਾਰ ਨਾਲ ਗੰਢ ਦਾ ਉਲੇਖ ਇਸ ਬਾਣੀ ਪਦੇ ਦਾ ਵਿਸ਼ਾ ਹੈ। ਸੋ
ਇਹ ਸੀ ਜੀ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ 3 ਕਵਿਤਾਵਾਂ। ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਰਚਨਾ ਉੱਤੇ ਝਾਤੀ ਮਾਰ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਮਾਤਾ ਤ੍ਰਿਪਤਾ ਤੇ ਪਿਤਾ ਕਲਿਆਣ ਚੰਦ ਦੇ ਘਰ ਹੋਇਆ। ਆਪ ਦਾ ਜਨਮ ਸਥਾਨ ਨਨਕਾਣਾ ਸਾਹਿਬ, ਇਹ ਜਗ੍ਹਾ ਹੁਣ ਪਾਕਿਸਤਾਨ ਵਿੱਚ ਹੈ, ਉੱਥੇ ਹੋਇਆ। ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਇਸ ਜਗ੍ਹਾ ਨੂੰ ਰਾਏ ਭੋਜ ਦੀ ਤਲਵੰਡੀ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਪੰਡਿਤ ਗੋਪਾਲ ਦਾਸ ਪਾਸੋਂ ਦੇਵਨਾਗਰੀ ਅਤੇ ਪੰਡਿਤ ਬ੍ਰਿਜਨਾਥ ਸ਼ਰਮਾ ਕੋਲੋਂ ਸੰਸਕ੍ਰਿਤ ਤੇ ਕੁਤੁਬਦੀਨ ਮੌਲਾਨਾ ਤੋਂ ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਆਪ ਘਰ ਵਿੱਚ ਉਪਰਾਮ ਰਹਿੰਦੇ ਸਨ। ਆਪ ਜੀ ਦੇ ਜੀਵਨ ਵਿੱਚ ਆਪ ਦੀ ਵੱਡੀ ਭੈਣ ਬੇਬੇ ਨਾਨਕੀ ਤੇ ਜੀਜਾ ਜੈ ਰਾਮ ਨੇ ਬਹੁਤ ਵੱਡਾ ਯੋਗਦਾਨ ਪਾਇਆ। ਭੈਣ ਦੇ ਕਹੇ ਹੀ ਗੁਰੂ ਜੀ ਤਲਵੰਡੀ ਤੋਂ ਸੁਲਤਾਨਪੁਰ ਚਲੇ ਆਏ। ਮੋਦੀ ਖਾਨੇ ਵਿੱਚ ਨੌਕਰੀ ਕੀਤੀ, ਵਿਆਹ ਕਰਵਾਇਆ ਤੇ ਅੰਤ ਉੱਥੋਂ ਹੀ ਧਰਮ ਪ੍ਰਚਾਰ ਲਈ ਯਾਤਰਾਵਾਂ ਸ਼ੁਰੂ ਕੀਤੀਆਂ। ਆਪ ਜੀ ਦੀਆਂ ਯਾਤਰਾਵਾਂ ਨੂੰ ਸਿੱਖ ਧਰਮ ਵਿੱਚ ਉਦਾਸੀਆਂ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਅਨੇਕ ਰਾਜੇ ਮਹਾਰਾਜਿਆਂ, ਪੰਡਤਾਂ, ਮੁੱਲਾਂ ਮਲਾਣਿਆਂ, ਪੁੰਨੀਆਂ ਪਾਪੀਆਂ ਤੇ ਅਨੇਕ ਫਿਰਕਿਆਂ, ਵਰਗਾਂ ਤੇ ਧਰਮਾਂ ਦੇ ਲੋਕਾਂ ਨੂੰ ਮਿਲੇ। ਉਹਨਾਂ ਨਾਲ ਵਿਚਾਰ ਵਟਾਂਦਰਾ ਤੇ ਗੋਸ਼ਟੀਆਂ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ ਦਰਜ ਹੈ। ਆਪ ਨੇ ਕੁੱਲ 20 ਰਾਗਾਂ ਦੇ ਵਿੱਚ ਬਾਣੀ ਸਿਰਜਣਾ ਕੀਤੀ। ਪ੍ਰਚਲਿਤ ਕਾਵਿ ਰੂਪ ਵਿੱਚੋਂ ਆਪ ਨੇ ਪਦਿਆਂ, ਅਸ਼ਟਪਦੀਆਂ, ਸੋਹਲੇ, ਛੰਦ, ਸ਼ਲੋਕ, ਵਾਰਾਂ ਆਦਿ ਨੂੰ ਬਾਣੀ ਸਿਰਜਣ ਦਾ ਮਾਧਿਅਮ ਬਣਾਇਆ। ਜਪਜੀ ਸਾਹਿਬ, ਪੱਟੀ, ਥਿੱਤੀ, ਦੱਖਣੀ ਓਂਕਾਰ, ਸਿੱਧ ਗੋਸ਼ਟ, 12 ਮਹਾਂ ਆਦਿ ਲੰਮੇਰੀਆਂ ਬਾਣੀਆਂ ਦੀ ਰਚਨਾ ਗੁਰੂ ਜੀ ਨੇ ਕੀਤੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦਰਸ਼ਨ ਪੱਖ ਉੱਪਰ ਬਹੁਤ ਬਲ ਦਿੱਤਾ ਗਿਆ ਹੈ। ਗੁਰੂ ਨਾਨਕ ਬਾਣੀ ਵਿੱਚ ਆਪਣੇ ਸਮੇਂ ਦੇ ਪ੍ਰਚਲਿਤ ਕਾਵਿ ਭੇਦਾਂ, ਕਾਵਿ ਸ਼ੈਲੀਆਂ, ਵਿਭਿੰਨ ਬੋਲੀਆਂ, ਉਪਬੋਲੀਆਂ ਆਦਿ ਦਾ ਭਰਪੂਰ ਪ੍ਰਗਟਾਵਾ ਹੋਇਆ ਹੈ। ਵਿਧੀ ਨਿਸ਼ੇਧ, ਖੰਡਨ ਮੰਡਨ, ਨਾਵਲੀ ਤੇ ਸੰਵਾਦੀ ਗਾਨ ਨਾਨਕ ਸ਼ੈਲੀ ਦੇ ਵਿਸ਼ੇਸ਼ ਗੁਣ ਹਨ। ਸੋ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਉਹਨਾਂ ਦੇ ਜੀਵਨ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ। ਸਿੱਖ ਧਰਮ ਦਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸਨ, ਪਹਿਲੇ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏ ਭੋਜ ਦੀ ਤਲਵੰਡੀ, ਇਹ ਜਗ੍ਹਾ ਹੁਣ ਪਾਕਿਸਤਾਨ ਵਿੱਚ ਹੈ, ਹੋਇਆ ਸੀ। ਪ੍ਰਸ਼ਨ, ਤਲਵੰਡੀ ਦਾ ਵਰਤਮਾਨ ਨਾਮ ਕੀ ਹੈ? ਤਲਵੰਡੀ ਦਾ ਵਰਤਮਾਨ ਨਾਮ ਨਨਕਾਣਾ ਸਾਹਿਬ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ। ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਚੰਦ ਸੀ। ਪ੍ਰਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਸਿੱਖ ਧਰਮ ਵਿੱਚ ਕੀ ਕਿਹਾ ਜਾਂਦਾ ਹੈ? ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਸਿੱਖ ਧਰਮ ਵਿੱਚ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਸਿਰਜਣਾ ਕੀਤੀ? ਇਸ ਦਾ ਉੱਤਰ ਹੈ ਜੀ, ਗੁਰੂ ਨਾਨਕ ਦੇਵ ਜੀ ਨੇ 20 ਰਾਗਾਂ ਦੇ ਵਿੱਚ ਬਾਣੀ ਦੀ ਸਿਰਜਣਾ ਕੀਤੀ। ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਨੇ ਕਿਹੜੇ-ਕਿਹੜੇ ਕਾਵਿ ਰੂਪਾਂ ਦੀ ਬਾਣੀ ਦੇ ਵਿੱਚ ਵਰਤੋਂ ਕੀਤੀ ਹੈ? ਗੁਰੂ ਨਾਨਕ ਦੇਵ ਜੀ ਨੇ ਪਦੇ, ਅਸ਼ਟਪਦੀਆਂ, ਸੋਹਿਲੇ, ਛੰਦ ਤੇ ਸ਼ਲੋਕ, ਇਹਨਾਂ ਕਾਵਿ ਰੂਪਾਂ ਦੀ ਵਰਤੋਂ ਆਪਣੀ ਬਾਣੀ ਦੇ ਵਿੱਚ ਕੀਤੀ ਹੈ। ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਬਾਣੀਆਂ ਦੇ ਨਾਮ ਲਿਖੋ। ਤਾਂ ਜਪਜੀ ਸਾਹਿਬ, ਪੱਟੀ, ਥਿੱਤੀ, ਦੱਖਣੀ ਓਂਕਾਰ, ਸਿੱਧ ਗੋਸ਼ਟ ਅਤੇ 12 ਮਾਹ, ਇਹ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਬਾਣੀਆਂ ਹਨ। ਪ੍ਰਸ਼ਨ, ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ? ਸ੍ਰੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ, ਪੂਰਬ, ਪੱਛਮ, ਉੱਤਰ ਤੇ ਦੱਖਣ। ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਦਾ ਨਾਮ ਲਿਖੋ। ਤਾਂ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਜਪਜੀ ਸਾਹਿਬ ਨੂੰ ਮੰਨਿਆ ਗਿਆ ਹੈ। ਹਰੇਕ ਸਿੱਖ ਧਰਮ ਨੂੰ ਮੰਨਣ ਵਾਲਾ ਵਿਅਕਤੀ ਸੁਬਾਹ ਇਸ ਦਾ ਨਿਤਨੇਮ ਨਾਲ ਪਾਠ ਕਰਦਾ ਹੈ।
ਸੋ ਇਹ ਸੀ ਜੀ ਗੁਰੂ ਨਾਨਕ ਦੇਵ ਜੀ ਦੀਆਂ ਕਵਿਤਾਵਾਂ। ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ, ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਇਹਨਾਂ ਵੀਡੀਓਜ਼ ਨੂੰ ਲੈ ਕੇ, ਸਾਡੇ ਚੈਨਲ ਨੂੰ ਲੈ ਕੇ ਆਪ ਜੀ ਦਾ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ। ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।